गुड मॉर्निंग स्टूडेंट्स। अज असी करांगे पंजाबी ग्रामर ते इस विच असी करांगे भाषा जां बोली अते व्याकरण। भाषा जां बोली। भाषा जां बोली एक ਇਹੋ ਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਨੂੰ ਦੂਜੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। मतलब कि ਉਹ ਆਪਣੇ ਵਿਚਾਰਾਂ ਨੂੰ ਦੂਜੇ ਅੱਗੇ ਪ੍ਰਗਟ ਕਰ ਸਕਦਾ ਹੈ। ਭਾਸ਼ਾ ਇੱਕ ਇਹੋ ਜਿਹਾ ਮੀਡੀਅਮ ਹੁੰਦੀ ਹੈ ਜਿਸ ਰਾਹੀਂ ਅਸੀਂ ਆਪਣੇ ਭਾਵ ਦੂਜੇ ਅੱਗੇ ਪ੍ਰਗਟ ਕਰ ਸਕਦੇ ਹਾਂ। ਪੁਰਾਣੇ ਸਮੇਂ ਵਿੱਚ ਮਨੁੱਖ ਆਪਣੇ ਵਿਚਾਰਾਂ ਨੂੰ ਇਸ਼ਾਰਿਆਂ ਜਾਂ ਤਸਵੀਰਾਂ ਰਾਹੀਂ ਪ੍ਰਗਟ ਕਰਦਾ ਸੀ। ਕਿਉਂ ਕਰਦਾ ਸੀ? ਕਿਉਂਕਿ ਉਸਨੂੰ ਬੋਲਣਾ ਨਹੀਂ ਆਉਂਦਾ ਸੀ। ਜਿਵੇਂ ਜਿਵੇਂ ਉਸਦੀ ਬੁੱਧੀ ਦਾ ਵਿਕਾਸ ਹੋਇਆ ਤਾਂ ਉਸਨੇ ਭਾਸ਼ਾ ਦਾ ਵੀ ਰੂਪ ਵਿਕਸਿਤ ਕਰ ਲਿਆ। ਉਸਨੇ ਕੁਝ ਚਿੰਨ੍ਹ ਬਣਾਏ ਤੇ ਉਨ ਚਿੰਨ੍ਹਾਂ ਰਾਹੀਂ ਲਿਪੀ ਨੂੰ ਵਿਕਸਿਤ ਕੀਤਾ ਤੇ ਲਿਪੀ ਨਾਲ ਹੀ ਉਸਦੀ ਭਾਸ਼ਾ ਮੌਖਿਕ ਤੋਂ ਲਿਖਤੀ ਹੋ ਗਈ। ਭਾਸ਼ਾ ਦੇ ਕਿੰਨੇ ਰੂਪ ਹੁੰਦੇ ਹਨ? ਮੌਖਿਕ ਤੇ ਲਿਖਤੀ ਰੂਪ। ਜਦੋਂ ਅਸੀਂ ਆਪਣੇ ਮਨ ਦੇ ਵਿਚਾਰ ਬੋਲ ਕੇ ਪ੍ਰਗਟ ਕਰਦੇ ਹਾਂ ਤਾਂ ਉਸਨੂੰ ਕੀ ਕਹਿੰਦੇ ਹਾਂ? ਮੌਖਿਕ। ਤੇ ਜਦੋਂ ਅਸੀਂ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਉਸਨੂੰ ਕੀ ਕਹਿੰਦੇ ਹਨ? ਲਿਖਤੀ। ਤਾਂ ਇਸ ਤਰ੍ਹਾਂ ਭਾਸ਼ਾ ਦੇ ਕਿੰਨੇ ਰੂਪ ਹਨ? ਮੌਖਿਕ ਤੇ ਲਿਖਤੀ ਦੋ ਰੂਪ ਹਨ। ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਆਮ ਬੋਲਚਾਲ ਦੀ ਭਾਸ਼ਾ ਤੇ ਸਾਹਿਤਕ ਜਾਂ ਟਕਸਾਲੀ ਭਾਸ਼ਾ। ਆਮ ਬੋਲਚਾਲ ਦੀ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ ਉਸਨੂੰ ਆਮ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ। ਇਸ ਵਿੱਚ ਵਿਆਕਰਣ ਦੇ ਸਾਰੇ ਨਿਯਮਾਂ ਦੀ ਪਾਲਣਾ ਜ਼ਰੂਰੀ ਨਹੀਂ ਹੁੰਦੀ। ਇਸ ਭਾਸ਼ਾ ਜਾਂ ਬੋਲੀ ਵਿੱਚ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਕੁਝ ਅੰਤਰ ਵੇਖਣ ਨੂੰ ਮਿਲ ਜਾਂਦੇ ਹਾਂ। ਜਿਵੇਂ ਅਸੀਂ ਪੰਜਾਬ ਜਾਂਦੇ ਹਾਂ ਤਾਂ ਉੱਥੇ ਲੋਕ ਪੰਜਾਬੀ ਬੋਲਦੇ ਹਨ ਤੇ ਜਦੋਂ ਅਸੀਂ ਹਰਿਆਣਾ ਵਿੱਚ ਆਉਂਦੇ ਹਨ ਤਾਂ ਇੱਥੇ ਕੀ ਬੋਲਦੇ ਹਨ? ਹਰਿਆਣਵੀ ਜਾਂ ਫਿਰ ਹਿੰਦੀ। ਤਾਂ ਇਸ ਤਰ੍ਹਾਂ ਏਰੀਆ ਟੂ ਏਰੀਆ ਜੋ ਲੈਂਗੁਏਜ ਹੈਗੀ ਉਹਦੇ ਵਿੱਚ ਅੰਤਰ ਆ ਜਾਂਦਾ ਹੈ। ਤੇ ਜਦੋਂ ਅਸੀਂ ਆਮ ਬੋਲਚਾਲ ਦੀ ਭਾਸ਼ਾ ਬੋਲਦੇ ਹਾਂ ਤਾਂ ਉਸ ਵਿੱਚ ਅਸੀਂ ਵਿਆਕਰਣ ਦੇ ਨਿਯਮਾਂ ਨੂੰ ਪਾਲਣਾ ਉਹਨਾਂ ਦੀ ਨਹੀਂ ਕਰਦੇ। ਦੂਜੀ ਕਿਹੜੀ ਹੁੰਦੀ ਹੈ? ਸਾਹਿਤਕ ਜਾਂ ਟਕਸਾਲੀ ਭਾਸ਼ਾ। ਇਹ ਕੀ ਹੁੰਦੀ ਹੈ? ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਉਸਨੂੰ ਸਾਹਿਤਕ ਜਾਂ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਭਾਸ਼ਾ ਕਿੱਥੇ ਵੇਖਣ ਨੂੰ ਮਿਲਦੀ ਹੈ? ਕਿਤਾਬਾਂ ਵਿੱਚ, ਅਖਬਾਰਾਂ ਵਿੱਚ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਵੀ ਜਾਂ ਰਾਈਟਰ ਦੀ ਰਚਨਾ ਵਿੱਚ। ਉਸ ਵਿੱਚ ਕੀ ਹੁੰਦਾ ਹੈ ਬੱਚਿਓ? ਇਹ ਵਿਆਕਰਣ ਦੇ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਮੀਨਸ ਵਿਆਕਰਣ ਦੇ ਨਿਯਮਾਂ ਦਾ ਪੂਰਾ ਇਸ ਵਿੱਚ ਪਾਲਣ ਕੀਤਾ ਜਾਂਦਾ ਹੈ। ਸਾਹਿਤ ਰਚਨਾ ਸਮੇਂ ਇਸ ਨੂੰ ਭਾਸ਼ਾ ਨੂੰ ਇੱਕ ਲਿਪੀ ਰਾਹੀਂ ਵਿਆਕਰਣ ਰਾਹੀਂ ਪੂਰਾ ਇੱਕ ਨਿਯਮਾਂ ਦੇ ਰੂਪ ਵਿੱਚ ਬੱਝ ਦਿੱਤਾ ਜਾਂਦਾ ਹੈ। ਤਾਂ ਇੱਕ ਵਾਰ ਹੋਰ ਵੇਖੀਏ ਭਾਸ਼ਾ ਕੀ ਹੁੰਦੀ ਹੈ। ਭਾਸ਼ਾ ਜਾਂ ਬੋਲੀ ਇੱਕ ਇਹੋ ਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਨੂੰ ਦੂਜੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਪੁਰਾਣੇ ਸਮੇਂ ਵਿੱਚ ਮਨੁੱਖ ਆਪਣੇ ਵਿਚਾਰ ਇਸ਼ਾਰਿਆਂ ਨਾਲ ਜਾਂ ਤਸਵੀਰਾਂ ਰਾਹੀਂ ਪ੍ਰਗਟ ਕਰਦਾ ਸੀ। ਹੌਲੀ ਹੌਲੀ ਭਾਸ਼ਾ ਦਾ ਅਜੋਕਾ ਰੂਪ ਵਿਕਸਿਤ ਹੋਇਆ। ਲਿਪੀ ਦੇ ਵਿਕਸਿਤ ਹੋਣ ਨਾਲ ਭਾਸ਼ਾ ਨੂੰ ਮੌਖਿਕ ਤੋਂ ਲਿਖਤੀ ਰੂਪ ਮਿਲਿਆ। ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਆਮ ਬੋਲਚਾਲ ਦੀ ਭਾਸ਼ਾ ਅਤੇ ਸਾਹਿਤਕ ਜਾਂ ਟਕਸਾਲੀ ਭਾਸ਼ਾ। ਆਮ ਬੋਲਚਾਲ ਦੀ ਭਾਸ਼ਾ ਕੀ ਹੁੰਦੀ ਹੈ? ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ ਉਸਨੂੰ ਆਮ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ। ਇਸ ਵਿੱਚ ਵਿਆਕਰਣ ਦੇ ਸਾਰੇ ਨਿਯਮਾਂ ਦੀ ਪਾਲਣਾ ਜ਼ਰੂਰੀ ਨਹੀਂ ਹੁੰਦੀ। ਇਸ ਭਾਸ਼ਾ ਜਾਂ ਬੋਲੀ ਵਿੱਚ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਕੁਝ ਅੰਤਰ ਵੇਖਣ ਨੂੰ ਮਿਲ ਜਾਂਦੇ ਹਨ। ਸਾਹਿਤਕ ਜਾਂ ਟਕਸਾਲੀ ਭਾਸ਼ਾ। ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਉਸਨੂੰ ਸਾਹਿਤਕ ਜਾਂ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। ਇਹ ਵਿਆਕਰਣ ਦੇ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਸਾਹਿਤ ਰਚਨਾ ਇਸੇ ਭਾਸ਼ਾ ਰਾਹੀਂ ਕੀਤੀ ਜਾਂਦੀ ਹੈ। ਹੁਣ ਅਸੀਂ ਕਰਾਂਗੇ ਵਿਆਕਰਣ। ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਣ। ਅਸੀਂ ਜਦੋਂ ਕਿਸੇ ਭਾਸ਼ਾ ਨੂੰ ਜਾਂ ਬੋਲੀ ਨੂੰ ਸ਼ੁੱਧ ਰੂਪ ਵਿੱਚ ਨਿਯਮਾਂ ਦੇ ਅਨੁਸਾਰ ਲਿਖਦੇ ਹਾਂ ਤਾਂ ਉਸਨੂੰ ਅਸੀਂ ਕੀ ਕਹਿੰਦੇ ਹਨ? ਵਿਆਕਰਣ। ਜਿਨ੍ਹਾਂ ਨਿਯਮਾਂ ਦਾ ਅਸੀਂ ਯੂਜ਼ ਕਰਦੇ ਹਾਂ ਭਾਸ਼ਾ ਨੂੰ ਲਿਖਣ ਲਈ ਉਹ ਨਿਯਮ ਵਿਆਕਰਣ ਕਹਿਲਾਉਂਦੇ ਹਨ। ਵਿਆਕਰਣ ਦੇ ਕਿੰਨੇ ਭਾਗ ਹਨ? 4। ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ। ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਧੁਨੀ ਬੋਧ।
ਧੁਨੀ ਕੀ ਹੁੰਦੀ ਹੈ? ਧੁਨੀ ਬੋਲਦੇ ਹਨ ਸਾਊਂਡ ਨੂੰ। ਠੀਕ ਹੈ ਜੀ। ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਬੋਲਣ ਵੇਲੇ ਮੂੰਹ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਧੁਨੀ ਆਖਦੇ ਹਨ। ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ। ਧੁਨੀ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਅੱਖਰ ਆਖਦੇ ਹਨ। ਜਦੋਂ ਅਸੀਂ ਆਵਾਜ਼ ਨੂੰ ਲਿਖਤੀ ਰੂਪ ਦਿੰਦੇ ਹਾਂ ਤਾਂ ਉਹ ਲਿਖਤੀ ਰੂਪ ਅੱਖਰਾਂ ਰਾਹੀਂ ਹੀ ਦਿੱਤਾ ਜਾਂਦਾ ਹੈ ਅਤੇ ਉਹ ਚਿੰਨ੍ਹ ਜੋ ਅਸੀਂ ਵਰਤਦੇ ਹਾਂ ਲਿਖਣ ਵਾਸਤੇ ਤਾਂ ਉਹਨਾਂ ਨੂੰ ਕੀ ਬੋਲਦੇ ਹਨ? ਅੱਖਰ। ਦੂਜਾ ਹੈ ਸ਼ਬਦ-ਬੋਧ। ਧੁਨੀਆਂ ਦੇ ਸੁਮੇਲ ਤੋਂ ਸ਼ਬਦ ਬਣਦੇ ਹਨ। ਜਦੋਂ ਆਪਸ ਵਿੱਚ ਧੁਨੀਆਂ ਮਿਲ ਜਾਂਦੀਆਂ ਹਨ ਤਾਂ ਉਹਨਾਂ ਤੋਂ ਕੀ ਬਣਦਾ ਹੈ? ਸ਼ਬਦ। ਸ਼ਬਦ-ਬੋਧ ਰਾਹੀਂ ਸਾਨੂੰ ਅੱਖਰਾਂ ਅਤੇ ਲਗਾਂ ਦੇ ਸਹੀ ਮੇਲ ਨਾਲ ਸ਼ਬਦਾਂ ਦੇ ਨਿਰਮਾਣ ਦੀ ਜਾਣਕਾਰੀ ਮਿਲਦੀ ਹੈ। ਅੱਗੇ ਹੈ ਅਰਥ-ਬੋਧ। ਅਰਥ-ਬੋਧ ਰਾਹੀਂ ਸਾਨੂੰ ਸ਼ਬਦਾਂ ਦੇ ਅਰਥ ਜਾਂ ਮਤਲਬ ਦੀ ਸਮਝ ਲੱਗਦੀ ਹੈ। ਮੀਨਸ ਅਰਥ-ਬੋਧ ਤੋਂ ਹੀ ਸਾਨੂੰ ਕਿਸੇ ਅੱਖਰ ਦਾ ਜਾਂ ਸ਼ਬਦ ਦਾ ਮਤਲਬ ਸਮਝ ਆਉਂਦਾ ਹੈ। ਇਸ ਰਾਹੀਂ ਵਿਰੋਧੀ ਸ਼ਬਦ, ਸਮਾਨਾਰਥਕ ਸ਼ਬਦ, ਬਹੁਅਰਥਕ ਸ਼ਬਦ ਆਦਿ ਬਾਰੇ ਵੀ ਜਾਣਕਾਰੀ ਮਿਲਦੀ ਹੈ। ਵਿਰੋਧੀ ਸ਼ਬਦ ਹੁੰਦੇ ਹਨ ਉਲਟੇ ਸ਼ਬਦ, ਸਮਾਨਾਰਥਕ ਸ਼ਬਦ ਹੁੰਦੇ ਹਨ ਇੱਕ ਜਿਹੇ ਜਿਹੇ ਅਰਥ ਹੋਣੇ, ਅਤੇ ਬਹੁਅਰਥਕ ਕੀ ਹੁੰਦਾ ਹੈ? ਇੱਕ ਸ਼ਬਦ ਦੇ ਕਈ ਅਰਥ ਹੋਣ ਤਾਂ ਉਸ ਨੂੰ ਅਸੀਂ ਬਹੁਅਰਥਕ ਸ਼ਬਦ ਆਖਦੇ ਹਨ। ਤਾਂ ਇਹ ਜਾਣਕਾਰੀ ਸਾਨੂੰ ਕਿਸ ਰਾਹੀਂ ਮਿਲਦੀ ਹੈ? ਅਰਥ-ਬੋਧ ਰਾਹੀਂ। ਫੋਰਥ ਹੈ ਜੀ ਵਾਕ-ਬੋਧ। ਵਾਕ-ਬੋਧ ਕੀ ਹੈ? ਵਾਕ-ਬੋਧ ਰਾਹੀਂ ਸਾਨੂੰ ਸ਼ਬਦਾਂ ਦੇ ਜੋੜ ਦੁਆਰਾ ਵਾਕ ਰਚਨਾ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਸਾਨੂੰ ਜੇ ਇਸਦੀ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਵਾਕ ਬਣਾ ਸਕਾਂਗੇ। ਇੱਕ ਵਾਰੀ ਹੋਰ ਪੜ੍ਹੀਏ। ਪਰਿਭਾਸ਼ਾ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਵਿਆਕਰਣ ਕਿਹਾ ਜਾਂਦਾ ਹੈ। ਵਿਆਕਰਣ ਦੇ 4 ਭਾਗ ਹੁੰਦੇ ਹਨ: ਧੁਨੀ-ਬੋਧ, ਸ਼ਬਦ-ਬੋਧ, ਅਰਥ-ਬੋਧ ਅਤੇ ਵਾਕ-ਬੋਧ। ਧੁਨੀ-ਬੋਧ ਕੀ ਹੁੰਦਾ ਹੈ? ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਅਤੇ ਬੋਲਣ ਵੇਲੇ ਮੂੰਹ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਹੀ ਅਸੀਂ ਧੁਨੀ ਆਖਦੇ ਹਨ। ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ। ਧੁਨੀ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਅੱਖਰ ਆਖਦੇ ਹਨ। ਨੈਕਸਟ ਹੈਗਾ ਸ਼ਬਦ-ਬੋਧ। ਧੁਨੀਆਂ ਦੇ ਸੁਮੇਲ ਤੋਂ ਕੀ ਬਣਦਾ ਹੈ? ਸ਼ਬਦ ਬਣਦਾ ਹੈ। ਸ਼ਬਦ-ਬੋਧ ਰਾਹੀਂ ਸਾਨੂੰ ਅੱਖਰਾਂ ਅਤੇ ਲਗਾਂ ਦੇ ਸਹੀ ਮੇਲ ਨਾਲ ਸ਼ਬਦਾਂ ਦੇ ਨਿਰਮਾਣ ਦੀ ਜਾਣਕਾਰੀ ਮਿਲਦੀ ਹੈ। ਅਰਥ-ਬੋਧ ਰਾਹੀਂ ਸਾਨੂੰ ਸ਼ਬਦਾਂ ਦੇ ਅਰਥ ਪਤਾ ਚੱਲਦੇ ਹਨ। ਇਸ ਰਾਹੀਂ ਸਾਨੂੰ ਵਿਰੋਧੀ ਸ਼ਬਦਾਂ ਬਾਰੇ, ਸਮਾਨਾਰਥਕ ਸ਼ਬਦਾਂ ਬਾਰੇ, ਬਹੁਅਰਥਕ ਸ਼ਬਦਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਵਾਕ-ਬੋਧ। ਵਾਕ-ਬੋਧ ਰਾਹੀਂ ਅਸੀਂ ਸਹੀ ਢੰਗ ਨਾਲ ਸ਼ਬਦਾਂ ਨੂੰ ਜੋੜ ਕੇ ਵਾਕ ਬਣਾ ਸਕਦੇ ਹਨ। ਸਾਨੂੰ ਵਾਕ ਰਚਨਾ ਦੇ ਨਿਯਮਾਂ ਬਾਰੇ ਜਾਣਕਾਰੀ ਵਾਕ-ਬੋਧ ਨਾਲ ਮਿਲਦੀ ਹੈ। ਤਾਂ ਇਹ ਸੀ ਤੁਹਾਡੀ ਭਾਸ਼ਾ ਜਾਂ ਬੋਲੀ ਅਤੇ ਵਿਆਕਰਣ। ਤਾਂ ਇਸ ਨੂੰ ਬੱਚਿਓ ਤੁਸੀਂ ਕਰਨਾ ਹੈ ਅਤੇ ਆਪਣੀ ਨੋਟਬੁੱਕ ਵਿੱਚ ਵੀ ਲਿਖਣਾ ਹੈ। ਧੰਨਵਾਦ।